ਪੰਜਾਬ ਮੇਲ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੇਜਪਾਲ ਸਿੰਘ ਮਨਿਹਾਸ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਜੰਕਸ਼ਨ। ਸਰਦਾਰ ਨਰਿੰਦਰ ਸਿੰਘ ਸੱਤੀ ਹੁਣੀ ਸਟੂਡੀਓ ਪਹੁੰਚ ਚੁੱਕੇ ਆ। ਉਹਨਾਂ ਨੂੰ ਜੀ ਆਇਆਂ ਕਹੀਏ ਤੇ ਗੱਲਬਾਤ ਸ਼ੁਰੂ ਕਰੀਏ। ਸੱਤੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਤੀ ਸਾਹਿਬ, ਇਰਤਜ਼ਾ ਨਿਸ਼ਾਤ ਦਾ ਸ਼ੇਰ ਹੈ ਜੀ। ਉਹ ਕਹਿੰਦੇ ਨੇ ਕਿ ਕੁਰਸੀ ਹੈ तुम्हारा जे जनाजा तो नहीं है, कुछ कर नहीं सकते तो उतर क्यों नहीं जाते। जो हालात भारत देश ਦੇ ਇਸ ਵੇਲੇ ਬਣੇ ਹੋਏ ਆ ਜੀ ਜੀ ਕਹਿੰਦੇ ਹੁੰਦੇ ਆ ਵੀ ਵਿਹੜੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ। ਇਹ ਉਹ ਸਿਚੁਏਸ਼ਨ ਹੋਈ ਪਈ ਆ, ਬੰਦੇ ਮਰ ਰਹੇ ਆ, ਆਕਸੀਜਨ ਲੱਭ ਨਹੀਂ ਰਹੀ ਤੇ ਨੱਠ ਭੱਜ ਪਈ ਹੋਈ ਆ। ਸੜਕਾਂ ਦੇ ਉੱਤੇ ਲੋਕੀ ਬੈਠੇ ਆ, ਆਕਸੀਜਨ ਤੋਂ ਬਿਨਾਂ ਮਰ ਰਹੇ ਆ। ਇੰਨੀ ਬੁਰੀ ਹਾਲਤ ਕਦੇ ਸੋਚੀ ਨਹੀਂ ਸੀ, ਹੈ ਨਾ। ਇਹੀ ਸਾਨੂੰ 1 ਸਾਲ ਦਾ ਵਕਫਾ ਸੀ, ਸਾਲ ਹੋਇਆ ਜਦੋਂ ਪਹਿਲੀ ਵਾਰੀ ਲੋਕਡਾਊਨ ਲੱਗਾ ਅਤੇ ਉਹਦੇ ਵਿੱਚ ਅਸੀਂ ਕੀ ਤਿਆਰੀ ਕੀਤੀ ਅਤੇ ਕਾਹਦੇ ਲਈ ਕੁਰਸੀਆਂ ਐਡੀਆਂ ਸਾਂਭ ਕੇ ਬੈਠੇ ਆ ਜੇ ਤੁਸੀਂ ਆਮ ਜਨਤਾ ਲਈ ਕਰਨਾ ਹੀ ਕੁਛ ਨਹੀਂ ਤਾਂ। ਜੀ ਤੇਜਪਾਲ ਜੀ, ਜਿਹੜਾ ਸ਼ੇਅਰ ਤੁਸੀਂ ਸੁਣਾਇਆ ਸ਼ਾਇਦ ਤੁਹਾਨੂੰ ਥੋੜ੍ਹਾ ਭੁਲੇਖਾ ਲੱਗ ਗਿਆ। ਇਹ ਰਾਹਿਤ ਇੰਦੌਰੀ ਹੋਰਾਂ ਦਾ ਸ਼ੇਅਰ ਹੈ ਔਰ ਉਹ ਸੱਤਾ ਨੂੰ ਵੰਗਾਰਨ ਵਾਲਾ ਸ਼ਾਇਰ ਸੀ ਜੀ। ਉਹ ਸਮੇਂ ਦੀਆਂ ਸਰਕਾਰਾਂ ਨੂੰ ਫਟਕਾਰ ਪਾਉਣ ਵਾਲਾ ਸ਼ਾਇਰ ਸੀ ਔਰ ਉਹ ਖੁਦ ਕਰੋਨਾ ਦਾ ਸ਼ਿਕਾਰ ਹੋ ਕੇ ਇਸ ਜਹਾਨ ਤੋਂ ਰੁਖਸਤ ਹੋਇਆ। ਬਿਲਕੁਲ। ਖੈਰ, ਆਪਾਂ ਗੱਲ ਕਰਦੇ ਹਾਂ ਸਰਕਾਰ ਦੀ। ਪਿਛਲੇ ਸਾਲ ਮਾਰਚ ਤੋਂ ਲੈ ਕੇ 22 ਮਾਰਚ ਤੋਂ ਲੈ ਕੇ 22 ਮਾਰਚ 2021 ਲੰਘ ਗਿਆ। ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬ 'ਚੋਂ ਤੁਸੀਂ ਵੱਡੇ ਪੱਧਰ 'ਤੇ ਪਲਾਇਨ ਜਿਹੜਾ ਆ ਪੂਰਬੀਏ ਮਜ਼ਦੂਰਾਂ ਦਾ ਦੇਖਿਆ। ਬਿਲਕੁਲ। ਉਹਨਾਂ ਦੇ ਭੁੱਖੇ ਢਿੱਡ, ਪਾਟੇ ਹੋਏ ਪੈਰ ਦੇਖੇ ਆ। ਸੜਕਾਂ, ਰਾਹਾਂ, ਗਲੀਆਂ ਦੇ ਵਿੱਚ ਔਰਤਾਂ ਬੱਚਿਆਂ ਨੂੰ ਜਨਮ ਦਿੰਦੀਆਂ ਦੇਖੀਆਂ ਤੁਸੀਂ। ਬਿਲਕੁਲ। ਇੱਕ ਨਿੱਕੀ ਬੱਚੀ ਆਪਣੇ ਪਿਓ ਨੂੰ ਸਾਈਕਲ 'ਤੇ ਬਹਾਲ ਕੇ ਬਿਹਾਰ ਲੈ ਜਾਂਦੀ ਹੈ ਜੀ। ਇਸੇ ਤਰ੍ਹਾਂ ਖਾਸ ਕਰਕੇ ਮਹਾਰਾਸ਼ਟਰਾ 'ਚ ਮੁੰਬਈ ਦੇ ਵਿੱਚ ਜਿਹੜੇ ਲੋਕ ਬੈਠੇ ਸੀ। ਬਿਲਕੁਲ ਬਿਲਕੁਲ। ਸਾਡੇ ਕੀ ਹੋਇਆ ਪਈ, ਕੋਈ ਜਿਹੜੀ ਕੋਈ ਕੰਕਰੀਟ ਉਹਦਾ ਹੱਲ ਕਰਨ ਦੀ ਬਜਾਏ, ਕੋਈ ਠੋਸ ਹੱਲ ਲੱਭਣ ਦੀ ਬਜਾਏ ਸਾਡੇ ਪ੍ਰਧਾਨ ਮੰਤਰੀ ਲੋਕਾਂ ਨੂੰ ਕਹਿੰਦੇ ਆ ਵੀ ਤਾਲੀਆਂ ਵਜਾਓ, ਭਾਂਡੇ ਖੜਕਾਓ, ਮੋਮਬੱਤੀਆਂ ਜਗਾਓ ਤੇ ਕਰੋਨਾ ਨੂੰ ਭਜਾਓ। ਠੀਕ ਹੈ। ਫਿਰ ਇਹ ਵੀ ਪ੍ਰਚਾਰ ਕੀਤਾ ਗਿਆ ਵੀ ਸਾਡੇ ਜੀ ਸਭ ਕੁਛ ਜਿਹੜਾ ਆ ਉਹ ਕੰਟਰੋਲ ਹੇਠ ਹੈ। ਬਿਲਕੁਲ। ਹੁਣ ਜਦੋਂ ਦੂਜੀ ਲਹਿਰ ਆਈ ਆ ਤਾਂ ਪੂਰੇ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਤੇ ਸਭ ਤੋਂ ਵੱਧ ਪੋਜ਼ੀਟਿਵ ਜਿਹੜੇ ਆ ਉਹ ਇਸ ਵੇਲੇ ਭਾਰਤ ਦੇ ਵਿੱਚ ਹੈਗੇ ਆ ਜੀ। ਸਰਕਾਰਾਂ ਕੀ ਕਰ ਰਹੀਆਂ? ਦੋਹਰੇ ਮਾਪਦੰਡ ਨੇ। ਪਹਿਲੀ ਗੱਲ ਤਾਂ ਆਕਸੀਜਨ। ਹੁਣ ਹਾਈ ਕੋਰਟ ਜਿਹੜੀ ਹੈ, ਹਾਲੇ ਪਰਸੋਂ ਦੀ ਗੱਲ ਆ ਵੀ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਝਾੜ ਪਾਈ। ਦਿੱਲੀ ਸਰਕਾਰ ਨੂੰ ਕਹਿੰਦੇ ਆ ਵੀ ਜੇ ਕੋਈ ਅਧਿਕਾਰੀ ਜਾਂ ਕੋਈ ਮਤਲਬ ਜਿਹੜਾ ਸਿਆਸਤਦਾਨ ਕਿਸੇ ਵੀ ਪੱਧਰ 'ਤੇ ਕੋਈ ਕੇਂਦਰ ਦਾ, ਕੋਈ ਸੂਬੇ ਦਾ ਆਕਸੀਜਨ ਦੀ ਸਪਲਾਈ ਦੇ ਵਿੱਚ ਵਿਘਨ ਪਾਉਂਦਾ ਹੈਗਾ ਅਤੇ ਉਹਨੂੰ ਅਸੀਂ ਫਾਹੇ ਟੰਗਾਂਗੇ। ਹਾਈ ਕੋਰਟ ਵੱਲੋਂ ਇਹੋ ਜਿਹਾ ਵਰਡਿਕਟ ਆਉਣੀ ਇਹ ਕੋਈ ਆਮ ਜਿਹੀ ਗੱਲ ਨਹੀਂ ਹੈਗੀ। ਤਾਂ ਉਹ ਜੱਜ ਜਿਹੜੇ ਆ ਉਹਨਾਂ ਦਾ ਕੰਸਰਨ ਆ ਸੋਸਾਇਟੀ ਦੇ ਨਾਲ, ਮਾਨਵਤਾ ਦੇ ਨਾਲ, ਤਾਂ ਹੀ ਕੋਈ ਇੰਨਾ ਸਖਤ ਜਿਹੜਾ ਸਟੇਟਮੈਂਟ ਦਿੱਤੀ ਜਾ ਸਕਦੀ, ਵਰਡਿਕਟ ਦਿੱਤੀ ਜਾ ਸਕਦੀ ਆ। ਫਿਰ ਹਾਲੇ ਤਾਜ਼ੀ ਘਟਨਾ ਆ ਪਈ, ਮਦਰਾਸ ਹਾਈ ਕੋਰਟ ਇੱਕ ਕਰੂਰ ਸੀਟ ਆ ਤਾਮਿਲਨਾਡੂ ਦੇ ਵਿੱਚ। ਬਿਲਕੁਲ। ਉੱਥੇ 77 ਉਮੀਦਵਾਰ ਜਿਹੜੇ ਆ ਉਹ ਚੋਣ ਮੈਦਾਨ 'ਚ ਨੇ। ਠੀਕ ਹੈ ਜੀ। 2 ਮਈ ਨੂੰ ਕਾਊਂਟਿੰਗ ਹੋ ਰਹੀ ਆ ਔਰ ਜਿਹੜੀ ਉੱਥੋਂ ਦੀ ਸਥਿਤੀ ਆ, ਕਿਸੇ ਨੇ ਪਟੀਸ਼ਨ ਕੋਈ ਪਾ ਦਿੰਦਾ ਹੈਗਾ। ਠੀਕ ਹੈ ਭਈ ਉੱਥੇ ਉਸ ਦਿਨ ਗਾਹ ਪੈਣਾ ਅਤੇ ਇਸ ਕਰਕੇ ਜਿਹੜਾ ਆ ਉਹ ਕੋਈ ਧਿਆਨ ਦਿੱਤਾ ਜਾਵੇ। ਜਦੋਂ ਮਦਰਾਸ ਹਾਈ ਕੋਰਟ ਜਿਹੜੀ ਆ ਉੱਥੇ ਸਨ ਬੈਨਰਜੀ ਜਿਹੜੇ ਨੇ ਉਹ ਚੀਫ ਜਸਟਿਸ ਆ, ਸੁਣਵਾਈ ਦੌਰਾਨ ਹੀ ਉਹ ਜਿਹੜੇ ਆ ਉਹ ਗੁੱਸੇ 'ਚ ਆ ਗਏ ਤਾਂ ਉਹਨਾਂ ਨੇ ਸਿੱਧਾ ਚੋਣ ਕਮਿਸ਼ਨ ਨੂੰ ਧਰਿਆ। ਪਹਿਲੀ ਗੱਲ, ਜਦੋਂ ਚੋਣਾਂ ਹੋ ਰਹੀਆਂ ਸੀ, ਰੈਲੀਆਂ ਹੋ ਰਹੀਆਂ ਸੀ ਤਾਂ ਤੁਸੀਂ ਕਿਸੇ ਦੂਸਰੇ ਗ੍ਰਹਿ 'ਤੇ ਬੈਠੇ ਸੀ। ਬਿਲਕੁਲ। ਉਹ ਕਹਿੰਦੇ ਭਈ ਜਿਹੜੇ ਚੋਣ ਕਮਿਸ਼ਨ ਦੇ ਅਫਸਰ ਆ ਉਹਨਾਂ 'ਤੇ ਹੱਤਿਆ ਦੇ ਮੁਕੱਦਮੇ ਚੱਲਣੇ ਚਾਹੀਦੇ ਆ। ਬਿਲਕੁਲ। ਭਈ ਦੂਸਰੀ ਲਹਿਰ ਜਿਹੜੀ ਆਈ ਤੁਹਾਡੇ ਕਰਕੇ ਹੈਗੀ ਆ। ਠੀਕ ਹੈ। ਫਿਰ ਉਹਨਾਂ ਨੇ ਕਿਹਾ ਵੀ ਜੇ ਹੁਣ 2 ਤਰੀਕ ਨੂੰ ਕਾਊਂਟਿੰਗ ਵਾਲੇ ਦਿਨ ਵੀ ਤੁਸੀਂ ਕੋਈ ਪ੍ਰੋਟੋਕਾਲ ਜਿਹੜਾ ਨਹੀਂ ਅਪਣਾਉਂਦੇ ਤਾਂ ਸਾਨੂੰ ਮਜਬੂਰਨ ਕਾਊਂਟਿੰਗ ਜਿਹੜੀ ਆ ਉਹ ਰੁਕਣੀ ਪਊਗੀ। ਇਸ ਤੋਂ ਵੱਧ ਕੋਈ ਟਿੱਪਣੀਆਂ ਨਹੀਂ ਹੋ ਸਕਦੀਆਂ। ਠੀਕ ਹੈ। ਦੂਸਰਾ, ਬੰਗਾਲ ਦੇ ਵਿੱਚ ਤੁਸੀਂ ਦੇਖਿਆ
ਆਪਣੇ ਅਸਾਮ ਦੇ ਵਿੱਚ ਖਾਸ ਕਰਕੇ ਦੇਖਿਆ, ਬਿਲਕੁਲ ਪ੍ਰਧਾਨ ਮੰਤਰੀ ਲੋਕਾਂ ਦੀ ਵੱਧ ਭੀੜ ਤੋਂ ਖੁਸ਼ ਹੋ ਕੇ ਦਿਖਾਈ ਦੇ ਰਹੇ ਆ। ਉਹ ਬਿਲਕੁਲ। ਕਹਿੰਦੇ ਵੀ ਮੈਂ ਖੁਸ਼ ਹਾਂ, ਲੋਕ ਇੰਨੇ ਇਕੱਠੇ ਲੋਕ ਹੋਏ ਆ ਇਕੱਠੇ ਮੇਰੀ ਹੋਏ ਆ। ਆਮਦ ਤੇ। ਠੀਕ ਹੈ, ਜਿਹੜੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਉਧਵ ਠਾਕਰੇ ਹੋਰੀ, ਉਹ ਪ੍ਰਧਾਨ ਮੰਤਰੀ ਨਾਲ ਸੰਪਰਕ ਕਰਨ ਦਾ ਯਤਨ ਕਰ ਰਹੇ ਆ ਵੀ ਭਾਈ ਸੂਬੇ ਦੇ ਵਿੱਚ ਹਾਲਾਤ ਮਾੜੇ ਆ, ਤੁਸੀਂ ਕੁਝ ਕਰੋ ਸਾਡੀ ਮਦਦ। ਤੇ ਜਵਾਬ ਆਉਂਦਾ ਪ੍ਰਾਈਮ ਮਿਨਿਸਟਰ ਆਫਿਸ ਤੋਂ ਵੀ ਉਹ ਤਾਂ ਜੀ ਚੋਣ ਰੈਲੀਆਂ ਦੇ ਵਿੱਚ, ਕੀ ਦੇਸ਼ ਦੇ ਪ੍ਰਧਾਨ ਮੰਤਰੀ ਲਈ ਇੱਕ ਪਾਰਟੀ ਜਾਂ ਚੋਣ ਰੈਲੀਆਂ ਜਿਹੜੀਆਂ ਉਹ ਮਹੱਤਵਪੂਰਨ ਹੁੰਦੀਆਂ ਜਾਂ ਲੋਕਾਂ ਦੀ ਜਾਨ ਮਾਲ? ਠੀਕ ਹੈ, ਸੋ ਇਹ ਸਭ ਕੁਝ ਜਿਹੜਾ ਆ ਤੇਜਪਾਲ ਜੀ, ਉਹਦੇ ਲਈ ਸਿੱਧੇ ਤੌਰ ਤੇ ਸਾਡੀ ਕੇਂਦਰ ਸਰਕਾਰ ਜ਼ਿੰਮੇਵਾਰ ਆ। ਸਤੀ ਸਾਹਿਬ, ਹੁਣ ਜਿੱਦਾਂ ਤੁਸੀਂ ਗੱਲ ਕੀਤੀ ਆ, ਪ੍ਰਧਾਨ ਮੰਤਰੀ ਸਾਹਿਬ ਰੈਲੀ ਦੇਖ ਕੇ ਕਹਿੰਦੇ ਆ ਵੀ ਮੈਂ ਬਹੁਤ ਖੁਸ਼ ਹਾਂ, ਇੰਨਾ ਇਕੱਠ ਮੈਂ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ ਜੀ। ਉਸੇ ਸ਼ਾਮ ਨੂੰ ਜਦੋਂ ਉਹ ਵਾਪਸ ਆ ਜਾਂਦੇ ਉਸ ਰੈਲੀ 'ਚੋਂ, ਤੇ ਲੋਕਾਂ ਨੂੰ ਮਾਸਕ ਪਾ ਕੇ ਸਲਾਹ ਦੇ ਰਹੇ ਆ ਵੀ ਤੁਸੀਂ ਜੀ ਇਕੱਠੇ ਨਾ ਹੋਵੋ, ਧਾਰਾ 144 ਲਾ ਦਿਓ, ਇੱਥੇ ਇਕੱਠੇ ਹੋਣ ਨਾਲ ਕਰੋਨਾ ਫੈਲਦਾ। ਇਹ ਕਿੱਦਾਂ ਹੋ ਸਕਦਾ ਵੀ ਉਹੀ ਪ੍ਰਧਾਨ ਮੰਤਰੀ 4 ਘੰਟੇ ਪਹਿਲਾਂ ਤੇ ਤੁਸੀਂ ਖੁਸ਼ ਹੋ ਰਹੇ ਸੀ? ਦੋਹਰੇ ਮਾਪਦੰਡ। ਬੰਗਾਲ ਦੇ ਵਿੱਚ ਕੁਝ ਉਪਦੇਸ਼ ਦੇ ਰਹੇ ਆ, ਦਿੱਲੀ ਆਣ ਕੇ ਜਹਾਜ਼ ਰਾਹੀਂ ਕੁਝ ਘੰਟਿਆਂ ਬਾਅਦ ਹੋਰ ਉਪਦੇਸ਼ ਦੇ ਰਹੇ ਆ ਜੀ। ਔਰ ਫਿਰ ਉਹਨਾਂ ਦੇ ਜਿਹੜੇ ਉਹਨਾਂ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀ, ਉਹਨਾਂ ਦਾ ਹਾਲ ਦੇਖੋ ਤੁਸੀਂ। ਇਲਾਹਾਬਾਦ ਹਾਈ ਕੋਰਟ ਹੁਕਮ ਦਿੰਦੀ ਆ ਯੂਪੀ ਸਰਕਾਰ ਨੂੰ ਕਿ ਭਾਈ ਆ ਸ਼ਹਿਰਾਂ ਦੇ ਵਿੱਚ ਲਾਕਡਾਊਨ ਫਲਾਂ ਥਾਂ ਲਾ ਦਿਓ, ਤੇ ਮੁੱਖ ਮੰਤਰੀ ਨਿਤਿਆਨਾਥ ਯੋਗੀ ਹੋਰੀ ਆਪਣੀ ਮਰਜ਼ੀ ਨਾਲ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੀ ਮਰਜ਼ੀ ਨਾਲ ਲਾਕਡਾਊਨ ਲਾਉਂਦੇ ਆ ਵੀ ਇੱਥੇ ਅਸੀਂ ਲਾਉਣਾ, ਇੱਥੇ ਨਹੀਂ ਲਾਉਣਾ। ਸੋ ਤੁਸੀਂ ਦੇਖੋ ਵੀ ਉਹਨਾਂ ਨੂੰ ਕਿਉਂ ਨਹੀਂ ਕਾਨੂੰਨ ਦੇ ਮਤਲਬ ਦਾਇਰੇ 'ਚ ਲਿਆਂਦਾ ਜਾਂਦਾ, ਉਹਨਾਂ ਨੂੰ ਕਿਉਂ ਨਹੀਂ ਕਟਹਿਰੇ 'ਚ ਲਿਆਣ ਕੇ ਖੜਾ ਕੀਤਾ ਜਾਂਦਾ? ਦੂਸਰਾ, ਕੁੰਭ ਦਾ ਮੇਲਾ ਲੱਗ ਕੇ ਹਟਦਾ, ਬਿਲਕੁਲ ਠੀਕ ਹੈ, ਉਸ ਪਿੱਛੋਂ ਜਿਹੜਾ ਰੈਲੀਆਂ ਹੁੰਦੀਆਂ ਨੇ। ਸੋ ਤੁਸੀਂ ਦੇਖੋ ਭਈ ਕਿਵੇਂ ਸਾਡੇ ਪ੍ਰਧਾਨ ਮੰਤਰੀ ਤੇ ਸਾਡੇ ਸਿਆਸਤਦਾਨ ਇੱਕ ਪਾਰਟੀ ਦੀ ਫਿਕਰ ਆ, ਚੋਣਾਂ ਜਿੱਤਣ ਦੀ ਫਿਕਰ ਆ, ਲੋਕਾਂ ਦੀ ਜਾਨ ਮਾਲ ਦੀ ਕੋਈ ਫਿਕਰ ਨਹੀਂ। ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਆ ਜੀ, ਜਦੋਂ ਆਪਾਂ ਆਕਸੀਜਨ ਦੀ ਵੰਡ ਪ੍ਰਣਾਲੀ ਦੀ ਗੱਲ ਕਰੀਏ, ਸੈਂਟਰ ਗਵਰਨਮੈਂਟ ਜਿਹੜਾ ਕਰ ਰਹੀ ਆ, ਉਹਦੇ ਵਿੱਚ ਸਾਫ਼ ਨਜ਼ਰ ਆ ਰਿਹਾ ਵੀ ਜਿਹੜੀਆਂ ਤੇ ਬੀਜੇਪੀ ਸ਼ਾਸਤ ਸਟੇਟਸ ਹੈਗੀਆਂ, ਹਾਂਜੀ, ਉਹਨਾਂ ਨੂੰ ਵੱਧ ਜਾ ਰਹੀ ਹੈ। ਹਾਂਜੀ, ਜਿਹੜੇ ਬੀਜੇਪੀ 'ਚ ਕਾਂਗਰਸ ਕੋਲ ਆ ਜਾਂ ਹੋਰ ਕਿਸੇ ਗੈਰ ਭਾਜਪਾ ਪ੍ਰਦੇਸ਼ ਆ ਜਿਹੜੇ, ਜੀ, ਉਹਨਾਂ ਨੂੰ ਉਹ ਘੱਟ, ਉਹਨਾਂ ਦੀ ਸਪਲਾਈ ਕੱਟੀ ਜਾ ਰਹੀ ਆ। ਜਿਹੜੀ ਕਿ ਉਦੋਂ ਕੋਵਿਡ ਮੀਟਿੰਗ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵੀ ਗੱਲ ਚੱਕੀ ਆ, ਕਹਿੰਦਾ ਸਾਨੂੰ 700 ਮੀਟ੍ਰਿਕ ਟਨ ਜੀ ਆਕਸੀਜਨ ਇੱਕ ਦਿਨ 'ਚ ਚਾਹੀਦੀ ਆ, ਤੁਸੀਂ ਸਾਡਾ ਕੋਟਾ ਘਟਾ ਕੇ 480 ਕਰਤਾ। ਉਹ ਵੀ ਪੇਪਰਾਂ 'ਚ ਆ, ਉਹ ਵੀ ਲੋਕਾਂ ਨੂੰ ਇਹ ਦੱਸਣ ਵੀ ਅਸੀਂ 480 ਮੀਟ੍ਰਿਕ ਟਨ ਦੇ ਰਹੇ ਹਾਂ, ਅਸਲ ਦੇ ਵਿੱਚ ਕਹਿੰਦਾ ਤੁਸੀਂ 350 ਮੀਟ੍ਰਿਕ ਟਨ ਦੇ ਰਹੇ ਹੋ। ਸੋ ਇਹ ਜਿਹੜੀ ਵੰਡ ਪ੍ਰਣਾਲੀ ਹੈ, ਇਹਦੇ ਵੀ ਤਾਂ ਕੋਈ ਦੇਖੋ, ਇਹ ਤਾਂ ਚਾਹੇ ਉਹ ਗੈਰ ਭਾਜਪਾ ਜਿਹੜੇ ਸ਼ਾਸਤ ਸੂਬੇ ਨੇ, ਉਹਨਾਂ ਨੂੰ ਪੇਂਡੂ ਵਿਕਾਸ ਫੰਡ ਹੋਣ, ਚਾਹੇ ਉਹਨਾਂ ਦੇ ਕੋਈ ਏਰੀਅਰ ਹੋਣ ਕੇਂਦਰ ਵਾਲੇ ਪਾਸੇ, ਉਹ ਤਾਂ ਚਲੋ ਕਿਸੇ ਹੱਦ ਤੱਕ ਬੰਦੇ ਜਰ ਸਕਦੇ ਆ। ਪਰ ਹੁਣ ਜਦੋਂ ਲੋਕ ਮਰ ਰਹੇ ਆ, ਸਾਰੀ ਦੁਨੀਆ 'ਚ ਹਾਹਾਕਾਰ ਮਚੀ ਹੋਈ ਆ, ਦੁਨੀਆ ਭਰ ਤੋਂ ਤੁਹਾਨੂੰ ਵੀ ਫੋਨ ਆਉਂਦੇ ਹੋਣਗੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦੇ ਵੀ ਭਾਈ ਕੀ ਹਾਲ ਆ, ਮੈਨੂੰ ਵੀ ਆਉਂਦੇ ਨੇ, ਲੋਕ ਤਰਾਹ ਕਰ ਰਹੇ ਆ। ਤੇ ਸਾਡੀ ਕੇਂਦਰ ਸਰਕਾਰ ਸੂਬਿਆਂ ਨਾਲ ਇਹੋ ਜਿਹੀ ਮਤਲਬ ਔਖੀ ਘੜੀ, ਸੰਕਟ ਦੀ ਘੜੀ ਵੇਲੇ ਵੀ ਤੇਜਪਾਲ ਜੀ ਜੇ ਵਿਤਕਰਾ ਕਰਦੀ ਆ, ਤਾਂ ਹੋਰ ਸਰਕਾਰ ਤੋਂ ਲੋਕਾਂ ਨੇ ਕੀ ਉਮੀਦ ਰੱਖਣੀ ਹੁੰਦੀ ਆ? ਪਰਮਵੀਰ ਚੱਕਰ ਵਿਜੇਤਾ ਜੀ ਵੀਰ ਅਬਦੁਲ ਹਮੀਦ, ਜਿਨ੍ਹਾਂ ਨੇ ਪਾਕਿਸਤਾਨ ਦੇ ਟੈਂਕ ਉਡਾਏ ਔਰ ਅੰਤ ਸ਼ਹੀਦੀ ਪ੍ਰਾਪਤ ਕੀਤੀ, ਅਸਲ ਤਾੜ ਉਹਨਾਂ ਦੀ ਯਾਦਗਾਰ ਵੀ ਬਣੀ ਹੋਈ ਆ ਜੀ। ਉਹਨਾਂ ਦਾ ਬੇਟਾ ਜੀ ਇਸ ਦੇਸ਼ 'ਚ ਆਕਸੀਜਨ ਤੋਂ ਬਿਨਾਂ ਮਰ ਗਿਆ ਜੀ, ਕੱਲ ਪਰਸੋਂ ਦੀ ਗੱਲ ਆ। ਬਿਲਕੁਲ। ਤੇ ਸਾਡੇ ਲਈ ਇਸ ਤੋਂ ਵੱਧ ਸ਼ਰਮ ਦੀ ਹੋਰ ਗੱਲ ਕੀ ਹੋ ਸਕਦੀ ਹੈ? ਤੁਸੀਂ ਉਹਨਾਂ ਦੀ ਗੱਲ ਕਰਦੇ ਹੋ, ਅਬਦੁਲ ਹਮੀਦ ਹੋਰਾਂ ਦੀ। ਕਿੰਨੇ ਜਿਹੜੇ ਹੋਰ ਲੋਕ ਆ ਉਹ ਮਰੇ ਆ, ਉਹ ਤਾਂ ਪਰਮਵੀਰ ਚੱਕਰ ਪ੍ਰਾਪਤ ਇੱਕ ਮਨੁੱਖ ਹੋਵੇ ਜਿਹਨੇ ਦੇਸ਼ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ ਹੋਵੇ। ਬਿਲਕੁਲ। ਪੈਟੈਂਟ ਟੈਂਕਾਂ ਦਾ ਕਹਿੰਦੇ ਕਬਰਸਤਾਨ ਬਣਾਉਣ ਵਾਲਾ ਅਬਦੁਲ ਹਮੀਦ ਆ। ਤੇ ਅਸਲ ਤਾੜ ਬਿਲਕੁਲ ਬਾਰਡਰ ਦੇ ਲਾਗੇ ਪੱਟੀ ਸਬ ਤਹਿਸੀਲ 'ਚ ਕਹਿ ਲਓ, ਯਾਦਗਾਰ ਆ। ਤੇ ਉਹਦਾ ਪੁੱਤ ਦੇਸ਼ ਵਿੱਚ ਆਕਸੀਜਨ ਤੋਂ ਬਿਨਾਂ ਮਰੇ, ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਤੁਸੀਂ ਦੇਖੋ, ਇੱਕ ਗੁਰਸ਼ਰਨ ਬੈਂਸ ਗੜਸ਼ੰਕਰ ਲਾਗੇ ਦਾ 80 ਸਾਲ ਦਾ ਵੈਟਰਨ ਖਿਡਾਰੀ ਹਾਲੇ ਮਾਰਚ ਵਿੱਚ 400 ਮੀਟਰ 800 ਮੀਟਰ ਦੇ ਵਿੱਚ 골ਡ ਮੈਡਲ ਲਿਆਉਂਦਾ, ਉਹ ਕਰੋਨਾ
ਦਾ ਸ਼ਿਕਾਰ ਹੋ ਕੇ ਮਰ ਰਿਹਾ, ਲੋਕ ਸੜਕਾਂ ਤੇ ਡਿੱਗ ਰਹੇ ਆ, ਆਕਸੀਜਨ ਨਹੀਂ ਮਿਲ ਰਹੀ, ਪ੍ਰਾਈਵੇਟ ਹਸਪਤਾਲਾਂ ਵਾਲੇ ਜਿਹੜੇ ਆ ਉਹ ਮਤਲਬ ਨੋ ਬੈੱਡ ਦੇ ਬੋਰਡ ਲਿਖ ਕੇ ਬਾਹਰ ਟੰਗ ਰਹੇ ਆ। ਸੋ ਇਹੋ ਜਿਹੀ ਸਥਿਤੀ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਾਨੂੰ ਰੈਲੀਆਂ ਦੇ ਵਿੱਚ ਹੋਰ ਉਪਦੇਸ਼ ਦੇਣ ਤੇ ਦਿੱਲੀ ਮੁੜ ਕੇ ਹੋਰ ਉਪਦੇਸ਼ ਦੇਣ, ਇਹ ਸਾਡੇ ਦੇਸ਼ ਦੀ ਤਰਾਸਦੀ ਨਹੀਂ ਤਾਂ ਹੋਰ ਕੀ ਹੈ। 6 ਬੰਦੇ ਆਕਸੀਜਨ ਤੋਂ ਬਿਨਾ ਅੰਮ੍ਰਿਤਸਰ ਚ ਮਰੇ ਜੀ, 25 ਮਰੇ, ਮੈਂ ਟੋਟਲ ਜਿਹੜੇ ਆ 25 ਜੀ ਹੁਣ ਤੱਕ ਜੋ ਗਿਣਤੀ ਆਈ ਹੈ ਜੀ। ਇਹਦੇ ਵਿੱਚ ਇੱਕ ਮੈਂ ਕਿਤੇ ਰਿਪੋਰਟ ਪੜ੍ਹ ਰਿਹਾ ਸੀ ਜੀ, ਜਿਹੜਾ ਸਾਡਾ ਬਣਦਾ ਪੰਜਾਬ ਦਾ ਹਿੱਸਾ ਹੈ ਆਕਸੀਜਨ ਦਾ, ਉਹ ਹੈਗਾ 250 ਮੀਟ੍ਰਿਕ ਟਨ ਜੀ, ਤੇ ਉਹਨੂੰ ਸਲੈਸ਼ ਕਰਕੇ ਪੰਜਾਬ ਨੂੰ ਸਿਰਫ 50 ਮੀਟ੍ਰਿਕ ਟਨ ਤੇ ਲੈ ਆਂਦਾ ਗਿਆ ਜੀ। ਤੇ ਕੈਪਟਨ ਸਾਹਿਬ ਉਹਦੀ ਆਵਾਜ਼ ਨਹੀਂ ਉਠਾਈ। ਦੇਖੋ ਕੈਪਟਨ ਸਾਹਿਬ ਪਹਿਲਾਂ ਤੋਂ ਹੀ ਕੈਪਟਨ ਸਾਹਿਬ ਬਾਰੇ ਵੀ ਜਿਹੜਾ ਆ ਦੋਹਰੀ ਖੇਡ ਖੇਡਣ ਦੇ ਦੋਸ਼ ਲੱਗਦੇ ਆ ਰਹੇ ਆ, ਪਰ ਹੁਣ ਤਾਂ ਲੋਕਾਂ ਦੀ ਜਾਨ ਦਾ ਮਸਲਾ ਆ। ਜੇ ਅਜੇ ਵੀ ਕੈਪਟਨ ਸਾਹਿਬ ਇਹ ਮਸਲਾ ਨਹੀਂ ਉਭਾਰਦੇ, ਦਿੱਲੀ ਵਾਲਿਆਂ ਬਾਰੇ ਆਪਾਂ ਕਹਿੰਦੇ ਆ, ਆਪ ਬਾਰੇ ਕਈ ਵਾਰੀ ਗੱਲਾਂ ਕਰਦੇ ਆ ਆਪਾਂ, ਬਿਲਕੁਲ ਘੱਟੋ ਘੱਟ ਕੇਜਰੀਵਾਲ ਹੋਰੀ ਮੀਟਿੰਗ ਦੇ ਵਿੱਚ ਜਿਹੜੀ ਵਰਚੁਅਲ ਮੀਟਿੰਗ ਆ ਉਹ 'ਚ ਆਪਣੀ ਗੱਲ ਤਾਂ ਰੱਖਦੇ ਆ ਨਾ ਠੋਕ ਵਜਾ ਕੇ। ਤੇ ਸਾਡੇ ਕੈਪਟਨ ਸਾਹਿਬ ਫਾਰਮ ਹਾਊਸਾਂ ਤੇ ਰਹੇ ਆ, ਜਿੰਨਾ ਚਿਰ ਸਾਲ ਹੋ ਗਿਆ ਮਹਿਲ ਚੋਂ ਨਹੀਂ ਨਿਕਲੇ ਜਾਂ ਫਾਰਮ ਹਾਊਸਾਂ ਚੋਂ ਨਹੀਂ ਨਿਕਲੇ, ਤਾਂ ਸੂਬੇ ਦੀ ਉਹਨਾਂ ਨੂੰ ਕੋਈ ਫਿਕਰ ਨਹੀਂ। ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਉਧਰ ਜੋਗੀ ਸਾਹਿਬ ਲੋਕੀ ਸੜਕਾਂ ਤੇ ਮਰ ਰਹੇ ਆ ਯੂਪੀ ਦੇ ਵਿੱਚ ਜੀ। ਗਾਜ਼ੀਆਬਾਦ ਦੇ ਇੱਕ ਆ ਰਹੀ ਸੀ ਰਿਪੋਰਟ, ਉਹਨਾਂ ਨੂੰ ਹਸਪਤਾਲਾਂ ਨੂੰ ਲੌਕ ਕਰ ਲਿਆ ਗਿਆ ਜੀ, ਲੋਕਾਂ ਨੂੰ ਅੰਦਰ ਐਂਟਰ ਨਹੀਂ ਹੋਣ ਦੇ ਰਿਹਾ। ਜਿਨ੍ਹਾਂ ਨੂੰ ਆਕਸੀਜਨ ਚਾਹੀਦੀ ਆ ਉਹ ਗਾਜ਼ੀਆਬਾਦ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਬਾਹਰ ਕਾਰਾਂ ਲਾ ਕੇ ਬਿਲਕੁਲ ਉੱਥੇ ਗੁਰਦੁਆਰਾ ਪ੍ਰਬੰਧ ਕਰ ਰਿਹਾ ਆਕਸੀਜਨ ਲਈ ਜੀ। ਖਾਲਸਾ ਏਡ ਮਸ਼ੀਨਾਂ ਲੈ ਕੇ ਲੋਕਾਂ ਦੇ ਘਰਾਂ 'ਚ ਜਾ ਰਿਹਾ, ਆਕਸੀਮੀਟਰ ਮਸ਼ੀਨਾਂ ਵੀ ਦੇ ਰਿਹਾ, ਹਾਂਜੀ। ਤੇ ਉਧਰ ਯੋਗੀ ਸਾਹਿਬ ਕਹਿੰਦੇ ਸਾਡੇ ਤੇ ਇੱਥੇ ਬਹੁਤ ਵਧੀਆ, ਕਹਿੰਦੇ ਸਾਡੇ ਕੋਲ ਬੈੱਡਸ ਵੀ ਆ, ਸਾਡੇ ਕੋਲ ਆਕਸੀਜਨ ਵੀ ਆ, ਸਾਡੇ ਕੋਲ ਦਵਾਈਆਂ ਵੀ ਪ੍ਰਿਆਪਤ ਮਾਤਰਾ ਆ। ਦੇਖੋ ਜਿਹੜੀ ਝੂਠ ਬੋਲਣ ਵਾਲੀ ਗੱਲ ਆ ਨਾ, ਮੈਂ ਸਮਝਦਾ ਪਈ ਜਿਨ੍ਹਾਂ ਸਿੱਖਾਂ ਨੂੰ ਖਾਲਿਸਤਾਨੀ ਕੇਂਦਰ ਸਰਕਾਰ ਦੱਸਦੀ ਆਈ ਹੈ ਤੇ ਦੱਸ ਰਹੀ ਆ, ਇਸ ਵੇਲੇ ਖਾਲਸਾ ਏਡ ਨੇ ਕਿੰਨਾ ਕੰਮ ਕੀਤਾ। ਡਾਕਟਰ ਸਵੈਮਾਨ ਹੋਰੀ ਉੱਥੇ ਕੈਲੀਫੋਰਨੀਆ ਦਾ ਪਿੰਡ ਵਸਾ ਕੇ ਬੈਠੇ ਨੇ, ਹਾਰਟ ਸਪੈਸ਼ਲਿਸਟ ਆ, ਔਰ ਕਿੰਨੀਆਂ ਸਿੱਖ ਜਥੇਬੰਦੀਆਂ। ਹੁਣ ਅੱਗੇ ਤਾਂ ਲੰਗਰ ਲੱਗਦੇ ਆ ਗੁਰਦੁਆਰਿਆਂ 'ਚ, ਔਰ ਚੱਤੇ ਪੈਰ ਲੰਗਰ ਹੁੰਦੇ ਆ 24 ਘੰਟੇ, ਗੁਰਦੁਆਰਿਆਂ ਦੇ ਦਰ ਖੁੱਲ੍ਹੇ ਹੁੰਦੇ ਆ ਸਾਰੇ ਧਰਮਾਂ ਲਈ ਤੇ ਹਰ ਜਾਤ ਰੰਗ ਨਸਲ ਦੇ ਲੋਕਾਂ ਲਈ। ਹੁਣ ਆਕਸੀਜਨ ਦੇ ਲੰਗਰ ਲਾਏ ਆ, ਆਕਸੀਮੀਟਰ ਪਤਾ ਹੀ ਨਹੀਂ ਲੱਗਦਾ ਵੀ ਤੁਹਾਡੇ ਸਰੀਰ ਦੇ ਵਿੱਚ ਆਕਸੀਜਨ ਦਾ ਲੈਵਲ ਕਿੰਨਾ ਆ। ਤੇ ਤੁਸੀਂ ਦੇਖੋ ਹੁਣ ਆਕਸੀਮੀਟਰ ਜਿਹੜੇ ਆ ਉਹ ਲੈ ਕੇ, ਬੜਾ ਸੋਹਣਾ ਕੋਈ ਫੇਸਬੁੱਕ ਤੇ ਲਿਖਦਾ ਜੀ, ਕਹਿੰਦਾ ਇਹ ਅੱਤਵਾਦੀ ਆਕਸੀਜਨ ਵੰਡਣ ਦੇ ਜੀ। ਤਾਂ ਮਤਲਬ ਉਹ ਤੁਸੀਂ ਜਿਹੜੀਆਂ ਤੁਸੀਂ ਸਦਾ ਘਟਾ ਕੇ ਪੇਸ਼ ਕਰਦੇ ਹੋ ਸਿੱਖਾਂ ਨੂੰ, ਨਾ ਉਹਨਾਂ ਦੀਆਂ ਕਦੀ ਦੇਸ਼ ਲਈ ਕੁਰਬਾਨੀਆਂ ਜਿਹੜੀਆਂ ਆ ਉਹਨਾਂ ਨੂੰ ਗੌਲਿਆ ਜਾਂਦਾ, ਤੇ ਨਾ ਹੀ ਜੋ ਕੁਛ ਉਹ ਕਰਦੇ ਆ ਲੋਕਾਈ ਲਈ, ਮਨੁੱਖਤਾ ਦੇ ਭਲੇ ਲਈ ਉਹਨੂੰ ਗੌਲਿਆ ਜਾਂਦਾ, ਬਲਕਿ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ। ਦੂਸਰਾ ਇੱਕ ਗੱਲ ਮੈਂ ਹੋਰ ਤੇਜਪਾਲ ਜੀ ਕਰਨਾ ਚਾਹੁੰਦਾ ਵੀ ਇਸ ਵੇਲੇ ਜਿਹੜਾ ਮੀਡੀਆ ਆ ਨਾ, ਮੀਡੀਆ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਜਿਹੜਾ ਉੱਤੇ ਮੇਨ ਸਟ੍ਰੀਮ ਮੀਡੀਆ ਤੇ ਗੋਦੀ ਮੀਡੀਆ ਦਾ ਲੈਵਲ ਲੱਗ ਚੁੱਕਾ ਨਾ, ਉਹ ਮੇਰੀ ਜਾਚੇ ਉਹ ਜਿਹੜਾ ਆ ਕੁੱਛੜ 'ਚੋਂ ਉਤਰ ਜਾਣਾ ਚਾਹੀਦਾ, ਬਿਲਕੁਲ ਕਾਰਪੋਰੇਟ ਜਗਤ ਦੀ 'ਚੋਂ। ਮਸਲਨ ਅੱਜ ਦੀ ਤੁਸੀਂ ਜਿਹੜੀ ਆ ਜਿਹੜੀ ਦੈਨਿਕ ਭਾਸਕਰ ਉਹ ਪੜ੍ਹ ਕੇ ਦੇਖੋ, ਫਰੰਟ ਪੇਜ ਤੇ ਕੀ ਸਟੋਰੀ ਆ, ਔਰ ਉਹ ਰੌਂਗਟੇ ਖੜੀ ਕਰਨ ਵਾਲੀ ਸਟੋਰੀ ਆ। ਮੈਨੂੰ ਲੱਗਦਾ ਵੀ ਅੱਜ ਦੇ ਸਮਿਆਂ 'ਚ ਜਿਵੇਂ ਉਹ ਆਪਣਾ ਫਰਜ਼ ਨਿਭਾ ਰਹੇ ਆ ਦੈਨਿਕ ਜਿਹੜਾ ਆ ਭਾਸਕਰ ਆ, ਉਹਨਾਂ ਨੇ ਜੋ ਅੱਜ ਕੀਤਾ ਹੈਗਾ ਉਹ ਸ਼ਾਬਾਸ਼ ਦੇ ਹੱਕਦਾਰ ਆ। ਘੱਟੋ ਘੱਟ ਜੁਰਤ ਤਾਂ ਕੀਤੀ ਆ ਬੋਲਣ ਦੀ। ਉਹ ਕੀ ਆ ਭਈ ਜਿੰਨੇ ਮਤਲਬ ਮੌਤਾਂ ਹੋ ਰਹੀਆਂ, ਦਰਅਸਲ ਇਹ ਤੋਂ 5 ਗੁਣਾ ਵੱਧ ਮੌਤਾਂ ਹੋ ਰਹੀਆਂ ਹੈਗੀਆਂ, ਔਰ ਕੇਂਦਰ ਸਰਕਾਰ ਦਾ ਸੂਬਾ ਸਰਕਾਰਾਂ ਤੇ ਦਬਾਅ ਆ ਵੀ ਜਿਹੜੀ ਅਸਲ ਗਿਣਤੀ ਆ ਉਹ ਪੇਸ਼ ਨਾ ਕੀਤੀ ਜਾਵੇ। ਸੋ ਕੇਂਦਰ ਸਰਕਾਰ ਇਹੋ ਜਿਹੇ ਹੁੱਛੇ ਹਥਿਆਰਾਂ ਤੇ ਆਈ ਆ। ਸੋ ਮੀਡੀਆ ਨੂੰ ਆਪਣੀ ਬਣਦੀ ਜ਼ਿੰਮੇਵਾਰੀ, ਅਖਬਾਰਾਂ ਨੇ ਖਾਸ ਕਰਕੇ ਪੰਜਾਬੀ ਟ੍ਰਿਬਿਊਨ ਤੁਸੀਂ ਦੇਖ ਲਓ, ਇਸ ਵੇਲੇ ਪਹਿਲੇ ਦਿਨ ਤੋਂ ਉਹਨਾਂ ਦੀਆਂ ਤੁਸੀਂ ਰਿਪੋਰਟਾਂ ਪੜ੍ਹੋ, ਖਾਸ ਕਰਕੇ ਚਰਨਜੀਤ ਭੁੱਲਰ ਦੀਆਂ ਜਾਂ ਉਹਨਾਂ ਦੇ ਜਿਹੜੇ ਸੰਪਾਦਕੀ ਸਫ਼ੇ ਦੇ ਲੇਖ ਆ, ਸਵਰਾਜ ਵੀਰ ਹੋਰਾਂ ਦੇ, ਖੁਦ ਇੱਕ IPS ਆਫੀਸਰ ਸੀਗੇ, ਮੇਘਾਲਿਆ ਦੇ DGP ਰਿਟਾਇਰ ਹੋਏ ਨੇ, ਉੱਚੇ ਅਹੁਦਿਆਂ ਤੇ ਰਹੇ ਆ, ਪਰ ਉਹ ਬਣਦੀ ਜ਼ਿੰਮੇਵਾਰੀ ਨਿਭਾ ਰਹੇ ਆ। ਮੈਨੂੰ ਲੱਗਦਾ ਵੀ ਮੀਡੀਆ ਇਸ ਵੇਲੇ ਜਿਹੜਾ ਆ ਲੋਕਾਂ ਦੇ ਹੱਕ 'ਚ ਜੇ ਨਹੀਂ ਖੜਦਾ ਤਾਂ ਇਸ ਜਿਹੜਾ ਪਲੇਟਫਾਰਮ ਹੈ ਇਹਨੂੰ ਵੀ ਲੋਕ ਜਿਹੜਾ ਇਹ ਤੋਂ ਵੀ ਵਿਸ਼ਵਾਸ ਉੱਠ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ। ਅੱਛਾ, ਇੱਕ ਗੱਲ ਹੋਰ ਪੁੱਛਣੀ ਸੀ ਜਾਂਦੇ ਜਾਂਦੇ ਮੈਂ ਜੀ,
ਜਿਹੜੇ ਹਿੰਦੂਵਾਦੀ ਆਮ ਹਿੰਦੂ ਨਹੀਂ, ਜਿਹੜਾ ਰੋਜ਼ ਦਾ ਹਿੰਦੂ ਆ, ਉਹ ਤਾਂ ਬਿਲਕੁਲ ਵਿਚਾਰੇ ਸਿੰਪਲ ਲੋਕ ਆ ਜੀ। ਇੱਕ ਉਹ ਹਿੰਦੂ ਆਪਣੇ ਆਪ ਨੂੰ ਕਹਾਉਂਦੇ ਆ, ਹਾਲਾਂਕਿ ਮੈਂ ਉਹਨਾਂ ਨੂੰ ਹਿੰਦੂ ਨਹੀਂ ਮੰਨਦਾ, ਜਿਹੜੇ ਸਵੇਰੇ ਸ਼ਾਮ ਪਾਣੀ ਪੀ ਕੇ ਹਾਂਜੀ ਕਦੇ ਮੁਸਲਮਾਨਾਂ ਨੂੰ ਅੱਤਵਾਦੀ ਦੱਸਦੇ, ਕਦੇ ਸਿੱਖਾਂ ਨੂੰ ਅੱਤਵਾਦੀ ਦੱਸਦੇ, ਕਦੇ ਕਿਸੇ ਹੋਰ ਨੂੰ ਅੱਤਵਾਦੀ ਦੱਸਦੇ ਆ ਜੀ। ਹੁਣ ਜਿਹੜੀ ਸਾਊਦੀ ਅਰੇਬੀਆ ਤੋਂ ਆਕਸੀਜਨ ਆ ਰਹੀ ਆ, ਉਹ ਉਹਨਾਂ ਨੂੰ ਲੈ ਲੈਣੀ ਚਾਹੀਦੀ ਆ, ਉਹ ਮੁਸਲਿਮ ਆਕਸੀਜਨ। ਜੀ ਦੇਖੋ ਭਈ ਇਹ ਜਿਹੜੀਆਂ ਮਜ਼ਹਬਾਂ ਦੇ ਨਾਂ 'ਤੇ ਵੰਡੀਆਂ ਆ ਨਾ, तेजपाल जी, मजहब नहीं सिखाता आपस में बैर रखना, हिंदी है हम वतन है हिंदुस्तान हमारा, ये इकबाल हुरी ठीक है, वो कौमी तराना भी लिखते हैं पाकिस्तान दा। सो ਜਿਹੜਾ ਮਜ਼ਹਬ ਆ, ਮਜ਼ਹਬ ਤਾਂ ਇੱਕ ਜੀਵਨ ਜਾਚ ਆ। ਧਰਮ ਕੀ ਆ? ਧਰਮ ਜੀਵਨ ਜਾਚ ਆ ਵੀ ਮਨੁੱਖ ਨੂੰ ਇੰਜ ਜੀਣਾ ਚਾਹੀਦਾ। ਸੋ ਜੇ ਅੱਜ ਮੁਸਲਿਮ ਦੇਸ਼ ਤੋਂ ਆਕਸੀਜਨ ਆਈ ਆ ਤੇ ਉਹ ਜਿਹੜੇ ਬਹੁਤ ਮਤਲਬ ਇੱਕ ਧਰਮ ਦੇ ਪੈਰੋਕਾਰ ਆ, ਫਿਰ ਤਾਂ ਉਹਨਾਂ ਨੂੰ ਉਹ ਤੋਂ ਵੀ ਇਨਕਾਰ ਕਰਨਾ ਚਾਹੀਦਾ। ਪੈਰੋਕਾਰ ਨਹੀਂ, ਉਹ ਠੇਕੇਦਾਰ ਤੇ ਜ਼ਿਆਦਾ ਢੁਕਵਾਂ ਸ਼ਬਦ ਆ ਤੁਸੀਂ ਜਿਹੜਾ ਵਰਤ ਰਹੇ ਹੋ। ਸੋ ਹੁਣ ਇਨਕਾਰ ਕਰਨ ਸਾਊਦੀ ਅਰਬ ਦੀ ਜਿਹੜੀ ਆ। ਹੁਣ ਤਾਂ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਆਪਣੇ ਤੁਸੀਂ ਦੇਖੋ, ਇਮਰਾਨ ਖਾਨ ਹੋਰੀ ਸਾਨੂੰ ਮਤਲਬ ਇਹ ਸਿਆਸਤਦਾਨ ਲੋਕਾਂ ਦੇ ਸਿੰਕ ਫਸਾ ਕੇ ਰੱਖਣਾ ਚਾਹੁੰਦੇ ਆ, ਨਫ਼ਰਤ ਦੀ ਭਾਵਨਾ ਪੈਦਾ ਕਰਦੇ ਆ। ਤੇ ਜੇ ਆਪਣੇ ਹੁਣ ਗੁਆਂਢੀ ਮੁਲਕ ਦਾ ਜਿਹੜਾ ਪ੍ਰੀਮੀਅਰ ਆ, ਸਦਰ ਨੇ, ਉਹ ਜੇ ਪੇਸ਼ਕਸ਼ ਆਈ ਆ ਤਾਂ ਇਹੋ ਜਿਹੀ ਪੇਸ਼ਕਸ਼ ਇਹੋ ਜਿਹੇ ਸਮਿਆਂ ਦੇ ਵਿੱਚ ਤਾਂ ਸਵੀਕਾਰ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਨਾਲ। ਸੱਤੀ ਸਾਹਿਬ ਹਾਈ ਕੋਰਟ, ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਹੈ ਮਾਨਯੋਗ, ਉਹਨਾਂ ਦੀ ਟਿੱਪਣੀ ਆਈ ਹੈ, ਕਹਿੰਦੇ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਉਹ ਰਾਜਨੀਤਿਕ ਘੋੜੇ ਨੇ ਜੀ। ਪਹਿਲਾਂ ਇਸ ਟਿੱਪਣੀ ਤੋਂ, ਸਿਆਸੀ ਘੋੜੇ ਵਾਲੀ ਟਿੱਪਣੀ ਤੋਂ ਪਹਿਲਾਂ ਇਹ ਵੀ ਆਈ ਸੀ ਭਈ ਉਹ ਸਿੰਘਮ ਬਣਨ ਦਾ ਯਤਨ ਕਰ ਰਹੇ ਆ। ਦੇਖੋ, ਉਹਨਾਂ ਦੀ ਸ਼ਖਸੀਅਤ ਬਾਰੇ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ। ਡਾਕਟਰੇਟ ਨੇ ਲਾ ਦੇ ਵਿੱਚ, ਪੜ੍ਹੇ ਲਿਖੇ ਅਫਸਰ ਆ, ਮੁਆਸ਼ਰੇ ਨੂੰ ਸਮਝਦੇ ਨੇ, ਇਮਾਨਦਾਰ ਨੇ, ਵੱਡੀ ਗੱਲ। ਬਿਲਕੁਲ। ਤੇ ਪਹਿਲੀ ਗੱਲ ਤਾਂ ਮੈਂ ਇਹ ਮਤਲਬ ਕਰਨੀ ਚਾਹੁੰਦਾ ਭਈ ਤੇਜਪਾਲ ਜੀ, ਜਿੱਦਣ ਤੋਂ ਉਹ ਸਿੱਟ ਦੇ ਮੁਖੀ ਬਣੇ ਆ, ਦੋਸ਼ੀ ਜਿਹੜੇ ਆ ਜਾਂ ਸੰਭਾਵਤ ਦੋਸ਼ੀ ਆ, ਜਾਂ ਹੁਣ ਤਾਂ ਉਹਨਾਂ ਦੇ ਖਿਲਾਫ ਚਲਾਨ ਪੇਸ਼ ਹੋ ਚੁੱਕੇ ਅਦਾਲਤਾਂ ਦੇ ਵਿੱਚ, ਬਿਲਕੁਲ, ਉਹਨਾਂ ਨੂੰ ਕਿਉਂ ਇਸ ਗੱਲ ਦਾ ਦੁੱਖ ਆ ਭਈ ਕੰਵਰ ਵਿਜੇ ਪ੍ਰਤਾਪ ਨੂੰ ਜਿਹੜਾ ਸਿੱਟ ਦੇ ਮੁਖੀ ਤੋਂ ਹਟਾਇਆ ਜਾਵੇ। ਦੂਸਰਾ, ਕਿਤੇ ਤਾਂ ਕਿਹਾ ਜਾਂਦਾ ਭਈ ਸਾਰੇ ਮੈਂਬਰਾਂ ਦੇ ਦਸਤਖਤ ਜ਼ਰੂਰੀ ਹੁੰਦੇ ਆ ਜਿਹੜੀ ਰਿਪੋਰਟ ਉੱਥੇ ਪੇਸ਼ ਕੀਤੀ ਗਈ। ਕਿਤੇ ਕਿਹਾ ਜਾਂਦਾ ਭਈ ਨਹੀਂ, ਮੁਖੀ ਦੇ ਦਸਤਖਤ ਜ਼ਰੂਰੀ ਹੁੰਦੇ ਆ। ਠੀਕ ਹੈ, ਇੱਦਾਂ ਦੇ ਆਪਾ ਵਿਰੋਧੀ ਬਿਆਨ ਆਉਂਦੇ ਨੇ। ਫਿਰ ਕੀ ਹੁੰਦਾ ਭਈ ਸਾਰਾ ਜ਼ੋਰ ਤਾਣ ਇਸ ਗੱਲ 'ਤੇ, ਚਾਹੇ ਉਹ ਪਰਮਰਾਜ ਉਮਰਾ ਨੰਗਲ, ਚਾਹੇ ਚਰਨਜੀਤ ਸ਼ਰਮਾ ਹੋਰੀ, ਚਾਹੇ ਸੁਖਬੀਰ ਬਾਦਲ ਹੋਰੀ, ਇਹੀ ਰੌਲਾ ਪਹਿਲੇ ਦਿਨ ਤੋਂ ਪਾਉਂਦੇ ਆ ਰਹੇ ਨੇ ਵੀ ਉਹਨਾਂ ਨੂੰ ਹਟਾਇਆ ਜਾਵੇ। ਹੁਣ ਹਾਈ ਕੋਰਟ ਦੀਆਂ ਇਹੋ ਜਿਹੀਆਂ ਟਿੱਪਣੀਆਂ ਆਈਆਂ। ਫਿਰ ਉਹ ਕਦੀ ਜਾਂਦੇ ਆ, ਜਿਹੜੇ ਰਾਣਾ KP ਸਿੰਘ ਹੋਰੀ ਆਪਣੇ ਸਪੀਕਰ, ਉਹਨਾਂ ਦੇ ਘਰ, ਉਹ ਵੀ ਖਬਰਾਂ ਦੇ ਵਿੱਚ ਆਉਂਦਾ ਵੀ ਕਿਉਂ ਗਏ। ਉਹ ਰਾਣਾ KP ਸਿੰਘ ਹੋਰੀ ਕਹਿੰਦੇ ਆ ਵੀ ਇਹ ਰੂਟੀਨ ਵਿਜ਼ਿਟ ਸੀ, ਵੀ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਆ, ਸਾਡਾ ਪਿਆਰ ਆਪਸ ਵਿੱਚ। ਠੀਕ ਆ, ਉਸ ਪਿੱਛੋਂ ਕਿਤੇ ਕਿਤੇ ਖਬਰਾਂ ਆਉਂਦੀਆਂ ਪਈ। ਫਿਰ ਹਾਈ ਕੋਰਟ ਦੇ ਉਹ ਬਾਰ ਦੇ ਮੈਂਬਰ ਬਣ ਜਾਂਦੇ ਹੈਗੇ ਆ। ਫਿਰ ਉਹਨਾਂ ਨੂੰ ਇੱਕ ਕਮੇਟੀ ਦਾ ਮੈਂਬਰ ਬਣਾਤਾ ਜਾਂਦਾ ਇਮੀਡੀਏਟਲੀ। ਕੱਲ੍ਹ ਰੌਲਾ ਰੱਪਾ ਪੈਂਦਾ ਅਤੇ ਉਸ ਕਮੇਟੀ ਦੀ ਮੈਂਬਰੀ ਤੋਂ ਹਟਾਇਆ ਜਾਂਦਾ। ਫਿਰ ਅੰਮ੍ਰਿਤਸਰੋਂ ਖਬਰ ਆ ਜਾਂਦੀ ਆ ਵੀ ਉਹ ਅੰਮ੍ਰਿਤਸਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਬਣ ਗਏ ਆ। ਉਹ ਆਪ ਕਹਿੰਦੇ ਆ ਵੀ ਮੈਂ ਵਕਾਲਤ ਕਰਨੀ ਆ ਅਤੇ ਇਹ ਕੇਸ ਵੀ ਮੈਂ ਆਪ ਪਲੀਡ ਕਰਨਾ ਹੈਗਾ। ਬਿਲਕੁਲ। ਦੇਖੋ, ਇਹੋ ਜਿਹੇ ਰਲਵੇਂ ਮਿਲਵੇਂ ਉਹਨਾਂ ਬਾਰੇ ਪ੍ਰਭਾਵ ਆ। ਇੱਕ ਮੈਂ ਨਾਂ ਨਹੀਂ ਲੈਣਾ ਚਾਹੂੰਗਾ, ਵੈਬ ਪੋਰਟਲ ਆ, ਉਹ ਸੱਜਣ ਮੈਨੂੰ ਪਾਉਂਦੇ ਨੇ ਭਈ ਦੇਖੋ ਜਿਹੜੇ ਹੁਣ ਕੁੰਵਰ ਵਿਜੇ ਪ੍ਰਤਾਪ ਆ, ਭਈ ਵਿਜੀਲੈਂਸ ਉਹਨਾਂ ਦੇ ਖਿਲਾਫ ਸ਼ਿਕੰਜਾ ਕੱਸਣ ਜਾ ਰਹੀ ਆ, ਕਿਉਂਕਿ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਹੇ ਆ
ਤੇ ਇੱਕ ਲੌਬੀ ਜਿਹੜੀ ਹੈ ਉਹਨਾਂ ਦੇ ਪੂਰੀ ਖਿਲਾਫ ਹੈਗੀ ਆ, ਤੇ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਵਿਜੀਲੈਂਸ ਉਹਨਾਂ ਨੂੰ ਆਪਣੇ ਘੇਰੇ 'ਚ ਲੈ ਸਕਦੀ ਆ, ਅਰੈਸਟ ਵੀ ਕਰ ਸਕਦੀ, ਉਹਨਾਂ ਤੇ ਕੇਸ ਵੀ ਪਾ ਸਕਦੀ ਆ। ਦੂਸਰਾ, ਅਜੇ ਤੱਕ ਜਿਹੜਾ ਉਹਨਾਂ ਦਾ ਅਸਤੀਫਾ ਆ ਤੇਜਪਾਲ ਜੀ, ਉਹ ਕੇਂਦਰ ਦੇ ਵਿੱਚ ਮਨਜ਼ੂਰ ਹੋਣਾ, ਪੰਜਾਬ ਸਰਕਾਰ ਨੇ ਤਾਂ ਫਾਰਵਰਡ ਕਰ ਦਿੱਤਾ। ਬਿਲਕੁਲ। ਸੋ ਇਹਦੇ ਦੌਰਾਨ ਉਹ ਕੁਝ ਬਿਆਨ ਦੇ ਰਹੇ ਆ, ਕੁਝ ਲੋਕ ਦੇ ਰਹੇ, ਕੁਝ ਸਿਆਸਤਦਾਨ ਬਿਆਨ ਦੇ ਰਹੇ ਆ ਵੀ ਇਹ ਸਾਰੀ ਭੰਬਲ ਭੂਸੇ ਵਾਲੀ ਸਥਿਤੀ ਹੈਗੀ ਆ। ਕੁਛ ਇਹ ਵੀ ਮੈਨੂੰ, ਜਿਹੜੇ ਮੈਂ ਪਹਿਲਾਂ ਵੈਬ ਪੋਰਟਲ ਦੀ ਗੱਲ ਕੀਤੀ ਆ, ਵੀ ਇਹ ਹੁਣ RSS ਦੇ ਹੱਥਾਂ 'ਚ ਖੇਡ ਰਹੇ ਆ। ਬਿਲਕੁਲ। ਤੇ ਭਾਜਪਾ ਦੀ ਝੋਲੀ 'ਚ ਜਾ ਡਿੱਗਿਆ, ਇਹੋ ਜਿਹੀ ਗੱਲ ਵੀ ਆ ਰਹੀ ਆ। ਸੋ ਅਸਲ ਮਾਜਰਾ ਕੀ ਆ, ਇਹ ਤਾਂ ਬੰਦਾ ਹੀ ਜਾਣਦਾ ਨਾ। ਕੁੰਵਰ ਵਿਜੇ ਪ੍ਰਤਾਪ ਹੋਰੀ ਬਿਹਤਰ ਜਾਣਦੇ ਹੋਣਗੇ, ਪਰ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦੀ ਸਿੱਟ ਦੀ ਕੋਈ ਪਹਿਲੀ ਗੱਲ ਤਾਂ ਉਂਗਲ ਨਹੀਂ ਧਰੀ ਜਾ ਸਕਦੀ। ਕਦੀ ਕੋਈ ਪੰਜਾਬ 'ਚੋਂ ਬੰਦਾ ਉੱਠ ਕੇ ਇਹ ਨਹੀਂ ਕਹਿ ਸਕਦਾ ਵੀ ਕੁੰਵਰ ਵਿਜੇ, ਤੁਹਾਨੂੰ ਪਤਾ ਵੀ ਪਿਛਲੀ ਸਰਕਾਰ 'ਚ ਜਿਹੜੇ ਆ ਸਾਡੇ ਡਿਪਟੀ ਚੀਫ ਮਿਨਿਸਟਰ ਸਾਹਿਬ ਜੀ ਉਹਨਾਂ ਦੇ ਜੀਜਾ ਜੀ ਨਾਲ ਵੀ ਦਸਤ ਪੰਜਾ ਹੁੰਦੇ ਰਹੇ ਆ। ਬਿਲਕੁਲ। ਤੇ ਉੱਥੋਂ ਉਹਨਾਂ ਦੇ ਬਦਲਣ ਦੀ ਲਈ ਦਬਾਅ ਵੀ ਪਾਇਆ ਗਿਆ ਅੰਮ੍ਰਿਤਸਰ ਤੋਂ। ਜੀ। ਸੋ ਇਮਾਨਦਾਰ ਅਫਸਰਾਂ ਨੂੰ ਇਹ ਸਾਰਾ ਕੁਝ ਝੱਲਣਾ ਹੀ ਪੈਂਦਾ, ਤੇ ਕੱਲ ਨੂੰ ਕੋਈ ਵੱਡੀ ਗੱਲ ਨਹੀਂ ਜੇ ਪੰਜਾਬ ਸਰਕਾਰ ਵੀ ਉਹਨਾਂ ਦੇ ਖਿਲਾਫ ਕੋਈ ਪਰਚਾ ਦਰਜ ਕਰ ਦੇਵੇ। ਅੱਛਾ, ਆਪਾਂ ਜੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨਹੀਂ ਮੰਨਦੇ, ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਨਹੀਂ ਮੰਨਦੇ, ਆਪਾਂ ਸਿੱਟ ਨਹੀਂ ਮੰਨਦੇ, ਆਪਾਂ ਕੁੰਵਰ ਵਿਜੇ ਪ੍ਰਤਾਪ ਨੂੰ ਨਹੀਂ ਮੰਨਦੇ ਜੀ। ਫਿਰ ਹੁਣ ਇਹਨਾਂ ਦੇ ਹਿਸਾਬ ਨਾਲ ਉਹ ਕਿਹੜੇ ਲੋਕ ਆ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਸਿੱਟ ਬਣਾਈ ਜਾਵੇ ਜੀ? ਉਹ ਤਾਂ ਫਿਰ ਬੀਬੀ ਜਗੀਰ ਕੌਰ ਹੋਣੀ ਜਾਂ ਇਹੋ ਜਿਹੇ ਜਿਹੜੇ ਆਲਰੇਡੀ ਦੂਸਰੇ ਨੇ, ਇਹਨਾਂ ਦੇ ਮਾਊਥਪੀਸ ਨੇ, ਇਹੋ ਜਿਹੇ ਬੰਦਿਆਂ ਦੀ ਇੱਕ ਸਿੱਟ ਬਣਾ ਕੇ ਉਦਾਂ ਹੀ ਕਹਿ ਦਿਓ ਵੀ ਇਹਨਾਂ ਨੇ ਕੱਖ ਨਹੀਂ ਕੀਤਾ, ਇਹ ਤੇ ਪੰਥ ਦੇ ਬੜੇ ਵੱਡੇ ਸੇਵਾਦਾਰ ਨੇ। ਦੇਖੋ, ਇਹ ਲੋਕ ਪੰਥ ਦੇ ਨਾਂ ਤੇ ਰਾਜ ਭਾਗ ਮਾਣ ਕੇ, ਗੱਦੀਆਂ ਮਾਣ ਕੇ, ਤੇ ਜਦੋਂ ਸੱਤਾ ਤੋਂ ਬਾਹਰ ਹੁੰਦੇ ਆ ਉਦੋਂ ਪੰਥ ਖਤਰੇ 'ਚ ਹੁੰਦਾ। ਹੁਣ ਜਿਹੜਾ ਸਾਡਾ ਇਸ਼ਟ ਆ, ਸ਼ਬਦ ਗੁਰੂ ਆ, ਬਿਲਕੁਲ, ਉਹਦੀ ਬੇਅਦਬੀ ਹੋਈ ਹੋਵੇ ਤਾਂ ਇਹ ਲੋਕ ਜਿਹੜੇ ਆ ਸਾਡੇ ਸਿਆਸਤਦਾਨ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਹੋਣ। ਬਿਲਕੁਲ ਠੀਕ ਹੈ। ਇੱਕ DGP ਜਿਹਦੇ ਤੇ ਮੁੰਡੇ ਮਾਰਨ ਦਾ ਦੋਸ਼ ਲੱਗਦਾ ਰਿਹਾ ਹੋਵੇ, ਠੀਕ ਹੈ, ਇੱਕ IAS ਅਫਸਰ ਦਾ ਬੇਟਾ ਚੁੱਕ ਕੇ ਗਾਇਬ ਕਰ ਦਿੱਤਾ ਗਿਆ ਹੋਵੇ, ਉਹਦੀ ਪੁਸ਼ਤ ਪਨਾਹੀ ਸਾਡੇ ਇਹ ਲੋਕ ਕਰਦੇ ਹੋਣ ਸਿਆਸਤਦਾਨ, ਤਾਂ ਫਿਰ ਸੂਬੇ ਦਾ ਰੱਬੇ ਰੱਖਾ ਕਹਿ ਸਕਦੇ ਹਾਂ। ਅੱਛਾ, ਇਹ ਆਪਣੇ ਨਵਜੋਤ ਸਿੰਘ ਸਿੱਧੂ ਜੀ, ਜਿਸ ਦਿਨ ਦੀ ਇਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਮੁਹਿੰਮ ਛੇੜੀ ਹੈ ਜੀ, ਅਕਾਲੀ ਦਲ ਨੇ, ਔਰ ਵਿੱਚੇ ਹੁਣ ਤਾਂ ਕਾਂਗਰਸੀ ਵੀ ਬੋਲਣ ਲੱਗ ਪਏ। ਬਿਲਕੁਲ। ਉਸ ਦਿਨ ਦੇ ਉਹਨਾਂ ਦੇ ਜਿਹੜੇ ਬਾਗੀ ਸੁਰਿਆ ਉਹ ਫਿਰ ਬਾਹਰ ਆਉਣ ਲੱਗ ਪਏ ਆ। ਹਾਂਜੀ, ਉਹਨਾਂ ਨੇ ਸਿੱਧੀ ਜੀ ਗੱਲ ਕਹਿ ਦਿੱਤੀ ਆ, ਕਹਿੰਦੇ ਕੈਪਟਨ ਸਾਹਿਬ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਜੀ, ਜਦ ਸਾਰਾ ਕੁਝ ਸਾਫ਼ ਆ ਜੀ। ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਸੁਮੇਧ ਸਿੰਘ ਸੈਣੀ ਤੇ ਹੋਰ ਜਿਹੜੇ ਇੱਕ ਹੈਗੇ ਆ ਮਨਰਾਜ ਸਿੰਘ ਸ਼ਾਇਦ MLA, ਹਾਂਜੀ, ਉਹ ਸਾਰਿਆਂ ਦਾ ਕਲੀਅਰਲੀ ਪਤਾ ਲੱਗ ਰਿਹਾ। ਮਨਤਾਰ ਬਰਾੜ ਜੀ, ਮਨਤਾਰ ਬਰਾੜ, ਉਹ ਸਾਰਿਆਂ ਦਾ ਜਦ ਕਲੀਅਰਲੀ ਪਤਾ ਲੱਗ ਰਿਹਾ ਵੀ ਇਹ ਸਾਰੀ ਉਹਨਾਂ ਦੀ ਮਿਲੀ ਭੁਗਤ ਸੀ, ਤਾਂ ਚਾਰਜ ਸ਼ੀਟ ਕਿਉਂ ਨਹੀਂ ਅੱਜ ਤੱਕ ਫਾਈਲ ਹੋਈ? ਇਸ ਗੱਲ ਦਾ ਜਵਾਬ ਕਹਿੰਦੇ ਕੈਪਟਨ ਸਾਹਿਬ ਕਿਉਂ ਨਹੀਂ ਦੇ ਰਹੇ ਜੀ? ਦੇਖੋ, ਕੈਪਟਨ ਸਾਹਿਬ ਕੋਲ ਕਿਸੇ ਗੱਲ ਦਾ ਵੀ ਜਵਾਬ ਨਹੀਂ। ਸੂਬੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਲੈ ਲਓ, ਜਿਹੜਾ ਗੁਟਕਾ ਸਾਹਿਬ ਫੜ ਕੇ ਨਸ਼ਿਆਂ ਦੇ ਖਾਤਮੇ ਦਾ ਮੁੱਦਾ ਲੈ ਲਓ, ਮਾਈਨਿੰਗ ਦਾ ਮੁੱਦਾ ਲੈ ਲਓ, ਕਿਹੜੇ ਗੱਲ ਤੇ ਕੈਪਟਨ ਸਾਹਿਬ 5 ਸਾਲਾਂ 'ਚ ਖਰੇ ਉਤਰੇ ਨੇ? ਠੀਕ ਹੈ। ਫਿਰ ਬਹਿਬਲ ਕਲਾਂ ਤੇ ਜਿਹੜਾ ਕੋਟਕਪੂਰਾ ਗੋਲੀ ਕਾਂਡ ਆ, ਇਹਦੀ ਜਾਂਚ ਮਿੱਥੇ ਸਮੇਂ 'ਚ ਕਰਵਾਉਣ ਦਾ ਕਹਿ ਕੇ ਅੱਜ ਉਹ ਤੋਂ ਵੀ ਪਿੱਛੇ ਹਟ ਰਹੇ ਆ। ਸੁਪਰੀਮ ਕੋਰਟ 'ਚ ਜਾਣਾ ਸੀ, ਅਜੇ ਗਏ ਨਹੀਂ। ਠੀਕ ਹੈ। ਨਵੀਂ ਸੈੱਟ ਬਣਨੀ ਸੀ ਜਿਹੜੀ ਸੀਮਤ, ਮਤਲਬ ਇੱਕ ਟਾਈਮ ਦੇਣਾ ਸੀ ਜਿਹਨੂੰ, ਟਾਈਮ ਬਾਉਂਡ ਹੋਏਗੀ, ਸਮਾਂ ਵੱਧ, ਉਹ ਅਜੇ ਤੱਕ ਬਣਾਈ ਨਹੀਂ। ਸੋ ਇਹਨੂੰ ਤੁਸੀਂ ਕੀ ਕਹੋਗੇ ਭਈ ਅੰਦਰ ਖਾਤੇ ਇਹ ਦੋਸ਼ੀਆਂ ਨਾਲ ਰਲੇ ਹੋਏ ਆ ਜਾਂ ਇਹਨਾਂ ਮੁੱਦਿਆਂ ਨੂੰ ਲਟਕਾਉਣਾ ਚਾਹੁੰਦੇ ਆ? ਦੇਖੋ, ਚੋਣਾਂ ਬਿਲਕੁਲ ਸਿਰ ਤੇ ਨੇ, ਬਿਲਕੁਲ ਆਉਂਦੇ ਬਾਰੇ 'ਚ ਚੋਣਾਂ ਹੋ ਰਹੀਆਂ। ਸੋ ਇਹ ਹੁਣ ਕਾਂਗਰਸ ਵਾਲੇ ਵੀ ਕਿਹੜਾ ਮੂੰਹ ਲੈ ਕੇ ਲੋਕਾਂ ਵਿੱਚ ਜਾਣਗੇ? ਠੀਕ ਹੈ। ਲੋਕ ਅੱਗੇ ਭਾਜਪਾ ਨੂੰ ਹਾਸ਼ੀਏ ਤੇ ਤੱਕ ਚੁੱਕੇ ਆ, ਅਕਾਲੀ ਦਲ ਜ਼ੀਰੋ ਕਰ ਦਿੱਤਾ ਹੈਗਾ, ਔਰ ਕਾਂਗਰਸ ਦਾ ਵੀ ਮੈਨੂੰ ਲੱਗਦਾ ਉਹੀ ਹਾਲ ਕਰਨਗੇ ਜੋ ਇਹਨਾਂ ਦੋਹਾਂ ਪਾਰਟੀਆਂ ਦਾ ਲੋਕਾਂ ਨੇ ਕੀਤਾ ਹੈ। ਅੱਛਾ, ਕੈਪਟਨ ਸਾਹਿਬ ਇੱਕ ਗੱਲ ਤਾਂ ਜਾਗ ਪਏ ਆ ਜੀ, ਇਲੀਗਲ ਮਾਈਨਿੰਗ ਤੇ ਕਹਿੰਦੇ ਸ਼ਿਕੰਜਾ ਮੈਂ ਹੁਣ ਕੱਸ ਦੇਣਾ। ਉਹ 25 ਸਾਲ ਹੀ ਕੱਸ ਰਹੇ ਨਾ। ਹਾਂ, ਮਤਲਬ ਉਹ ਉਹਨਾਂ ਨੂੰ ਖਿਆਲ ਆ ਗਿਆ ਜੀ। ਹੁਣ ਕੀ ਗੱਲ ਇਹ ਵੀ ਕਾਂਗਰਸੀਆਂ ਦੇ ਢਿੱਡ ਭਰ ਗਏ ਕਿ ਕੀ ਗੱਲ ਇਹ ਹੁਣ ਸ਼ਿਕੰਜਾ? ਸਭ ਤੋਂ ਪਹਿਲਾਂ ਸੁੱਖ ਨਾਲ ਇਹਨਾਂ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਬਹਾਦਰ ਦੇ ਨਾਂ ਤੇ ਠੇਕੇ ਲੈ ਰਹੇ ਆ। ਬਿਲਕੁਲ। ਸੋ ਤੁਹਾਡਾ ਕੀ ਖਿਆਲ ਆ ਵੀ ਇਹਨਾਂ 5 ਸਾਲਾਂ ਦੇ ਵਿੱਚ ਘੱਟ ਕੀਤਾ ਹੋਣਾ ਜਾਂ ਕਾਂਗਰਸੀਆਂ ਨੇ ਉਧੜ ਧੁੰਮੀ ਨਹੀਂ ਮਚਾਈ? ਬਿਲਕੁਲ। ਅੱਜ ਤੁਸੀਂ ਤਫਤੀਸ਼ ਕਰ ਲਓ। ਭਈ ਮੈਂ ਕੱਲ ਗੱਲ ਕਰ ਰਿਹਾ ਸੀਗਾ ਭਈ
ਆਪਣੇ ਕਿਸੇ ਸੀਨੀਅਰ ਦੋਸਤ ਦੇ ਨਾਲ ਭਈ ਭਾਈ, ਉਹ ਵੀ ਪੱਤਰਕਾਰ ਭਾਈਚਾਰੇ 'ਚੋਂ ਆ, ਭਈ ਅੱਜ ਇੱਕ ਬੰਦੇ ਕੋਲ ਜਿਹਨੂੰ ਮੈਂ ਜਾਤੀ ਤੌਰ ਤੇ ਜਾਣਦਾ, ਉਹ ਇੰਡੀਕਾ ਕਾਰ ਹੁੰਦੀ ਸੀ। ਇਹਨਾਂ 10-15 ਸਾਲਾਂ 'ਚੋਂ MLA ਬਣਦਾ, ਮੰਤਰੀ ਬਣਦਾ ਤੇ ਇੱਕ ਪਾਰਟੀ ਦਾ ਬੁਲਾਰਾ ਵੀ ਬਣਦਾ। ਉਹ ਸਾਲਾਂ 'ਚ ਹੀ ਜਿਹੜੀਆਂ 2 ਮਰਲਿਆਂ ਤੋਂ ਕੋਠੀ 2 ਕਨਾਲਾਂ ਦੀ ਹੋ ਜਾਂਦੀ ਆ। ਬਿਲਕੁਲ ਠੀਕ ਆ, ਨਾਮੀ ਬੇਨਾਮੀ ਜਾਇਦਾਦ ਹੋ ਜਾਂਦੀ ਆ, 50-60-100 ਏਕੜ ਜ਼ਮੀਨ ਵੀ ਬਣ ਜਾਂਦੀ ਆ ਤੇ ਵੱਡੇ ਘਰਾਂ ਦੇ ਨਾਲ ਕੁੜਮਾਚਾਰੀ ਵੀ ਹੋ ਜਾਂਦੀ ਆ। ਇਹਨਾਂ ਦੀ ਤਫਸ਼ੀਸ਼ ਕਿਉਂ ਨਹੀਂ ਕੋ ਕਰਦਾ? ਉਹ ਕਹਿੰਦਾ ਇਸ ਹਮਾਮ 'ਚ ਸਾਰੇ ਹੀ ਨੰਗੇ ਆ ਤੇ ਅਖਬਾਰਾਂ ਵਾਲੇ ਵੀ ਕੀ ਕਰਨ, ਕਹਿੰਦਾ ਇਸ਼ਤਿਹਾਰ ਵੀ ਲੈਣਾ ਹੁੰਦਾ, ਸਾਰਾ ਕੁਛ ਹੀ ਕਰਨਾ ਹੁੰਦਾ, ਵੀ ਚੌਂਕ ਬੰਦਿਆਂ ਦੀ ਗੱਲ ਕਰ ਲੈਂਦੇ ਆ, 4 ਛੱਡ ਲੈਂਦੇ ਆ, ਸੋ ਮਾੜੀ ਮੋਟੀ ਰਿਆਇਤ ਵੀ ਕਰਨੀ ਪੈਂਦੀ ਆ। ਸੋ ਤੁਸੀਂ ਦੇਖੋ ਵੀ ਕਿਵੇਂ ਸਿਆਸਤਦਾਨ ਰਾਤੋਂ ਰਾਤ ਪਲਦੇ ਨੇ, ਕਿਵੇਂ ਇਹਨਾਂ ਦੇ ਢਿੱਡ ਭਰਦੇ ਆ, ਕਿਵੇਂ ਇਹਨਾਂ ਦੀਆਂ ਤਜੌਰੀਆਂ ਭਰਦੇ ਆ। ਦੇਸ਼ ਦੇ ਗ੍ਰਹਿ ਮੰਤਰੀ ਦੇ ਬੇਟੇ ਦੀ ਸਾਡੇ ਕੋਲ ਇੱਕ ਉਦਾਹਰਣ ਆ ਤੇ ਕੁਛ ਲੱਖ ਤੋਂ ਕਿਵੇਂ ਕਰੋੜਾਂ ਦੀ ਕੰਪਨੀ ਹੁੰਦੀ ਆ। ਬਿਲਕੁਲ ਠੀਕ ਆ, ਇਹਨਾਂ ਲੋਕਾਂ ਦੀ ਕੋਈ ਤਫਸ਼ੀਸ਼ ਨਹੀਂ ਕਰਦਾ। ਠੀਕ ਆ, ਕੋਈ ਨਹੀਂ ਇਹਨਾਂ ਨੂੰ ਪੁੱਛਦਾ, ਕੇਸ ਵੀ ਲਟਕਦੇ ਰਹਿੰਦੇ, ਚੰਗੀ ਭਲੀ ਆਪਣੀ ਜ਼ਿੰਦਗੀ ਜਿਉ ਕੇ ਅਗਲੇ ਜਹਾਨ ਨੂੰ ਤੁਰ ਜਾਂਦੇ ਆ। ਬਿਲਕੁਲ 18 ਘੰਟੇ ਕੰਮ ਕਰਨ ਵਾਲੇ ਪ੍ਰਧਾਨ ਮੰਤਰੀ ਸਾਡੇ ਜੀ 100 ਕੇ ਨਹੀਂ ਦੇਖਦੇ, ਕਹਿੰਦੇ ਇਸ ਕੰਮੇ ਹੀ ਕਰੀ ਜਾਂਦੇ ਆ। ਤੇ ਉਧਰ ਸਾਡਾ ਦੇਸ਼ ਜਿਹੜਾ ਆ ਉਹ ਵਿਕਾਸਸ਼ੀਲ ਦੇਸ਼ ਸੀਗਾ, ਜਿਹੜਾ ਤਾਂ ਨੂੰ ਜਾਂਦਾ ਸੀਗਾ, ਤੇ ਹੁਣ ਕਹਿੰਦੇ ਉਹ ਵਿਕਾਸਸ਼ੀਲ ਤੋਂ ਵੀ ਥੱਲੇ ਡਿੱਗ ਕੇ ਤੇ ਗਰੀਬ ਦੇਸ਼ਾਂ 'ਚ ਆਉਣ ਨੂੰ ਫਿਰਦਾ। ਇਹ ਕੀ ਹੋ ਗਿਆ? ਹਾਂ ਦੇਖੋ 6 ਕਰੋੜ ਤੋਂ ਪਹਿਲਾਂ ਆਪਣੇ ਜਿਹੜੀ ਗਰੀਬੀ ਵਾਲੇ ਲੋਕ ਸੀਗੇ ਜਾਂ ਗਰੀਬੀ ਦੀ ਰੇਖਾ ਤੋਂ ਹੇਠਾਂ ਲੈ ਰਹੇ, ਉਹ 6 ਕਰੋੜ ਸੀ। ਬਿਲਕੁਲ ਸੁੱਖ ਨਾਲ ਹੁਣ ਉਹ 13.5% ਤੇ ਪਹੁੰਚ ਗਿਆ, 13.4% ਇੱਕ ਸਾਲ 'ਚ, ਇੱਕ ਸਾਲ ਦੇ ਵਿੱਚ। ਔਰ GDP ਗਰੋਥ ਜਿਹੜੀ ਆ, ਗ੍ਰੋਸ GDP ਆਪਣੀ ਡੋਮੈਸਟਿਕ ਪ੍ਰੋਡਕਟ ਜਿਹੜੀ ਆ GDP, ਉਹਦੇ 'ਚ ਪਿੱਛੇ ਜਿਹੀ ਆਪਾਂ ਹਾਲੇ -24 ਤੇ ਤੁਰੇ ਫਿਰਦੇ ਸੀਗੇ। ਠੀਕ ਹੈ, ਸੋ ਦੇਸ਼ ਜਿਹੜਾ ਆ ਉਹ ਵਿਕਾਸਸ਼ੀਲ ਦੇਸ਼ਾਂ ਦੀ ਸ਼੍ਰੇਣੀ 'ਚੋਂ ਗੁਰਬਤ ਦੇ ਝੰਬੇ ਹੋਏ ਦੇਸ਼ਾਂ ਦੀ ਸ਼੍ਰੇਣੀ ਦੇ ਵਿੱਚ ਆ ਗਿਆ। ਤੇ ਸਾਡੇ ਪ੍ਰਧਾਨ ਮੰਤਰੀ ਅਜੇ ਵੀ ਦੇਸ਼ ਦੇ ਵਿਕਾਸ ਦੀਆਂ ਦਮਗਜੇ ਮਾਰਨੋਂ ਨਹੀਂ ਹਟਦੇ। ਨਹੀਂ, ਕੁਛ ਦਿਨ ਹੋਏ ਆ ਆਪਣੇ ਮਾਨਯੋਗ ਅਮਿਤ ਸ਼ਾਹ ਜੀ, ਆਪਣੇ ਗ੍ਰਹਿ ਮੰਤਰੀ ਸਾਹਿਬ ਜੀ, ਉਹ ਬੰਗਾਲ 'ਚ ਕਹੀ ਜਾਂਦੇ ਸੀ ਵੀ ਸੀਮਾ ਜਿਹੜੀ ਆਪਣੇ ਬੰਗਲਾਦੇਸ਼ ਨਾਲ ਲੱਗਦੀ ਆ, ਉਹਨੂੰ ਕਹਿੰਦੇ ਉੱਥੇ ਥੋੜੀ ਜਿਹੀ ਹੋਰ ਸਟ੍ਰਿਕਟਨੈਸ ਵਧਾ ਦਈਏ। ਬੰਗਾਲ 'ਚੋਂ ਕਹਿੰਦੇ ਉਧਰੋਂ ਆਉਂਦੇ ਆ ਗਰੀਬ ਇੱਧਰ ਨੂੰ ਬਹੁਤ, ਤੇ ਉਲਟਾ ਉਹਨਾਂ ਨੇ ਉੱਥੇ ਸਿਕਿਉਰਿਟੀ ਲਾਤੀ ਆ ਹੁਣ ਜੀ। ਔਰ ਪਿਛਲੇ ਦਿਨ ਤਾਂ ਉਹਨਾਂ ਨੇ ਬੰਗਲਾਦੇਸ਼ ਵਾਲਿਆਂ ਨੇ ਫਲਾਈਟਾਂ ਵੀ ਸਾਡੇ ਵਿਕਾਸਸ਼ੀਲ ਦੇਸ਼ ਦੀਆਂ ਜਿਹੜੀਆਂ ਬੰਦ ਕਰ ਦਿੱਤੀਆਂ, ਵੀ ਢਾਕੇ ਨੂੰ ਸਾਰੀਆਂ ਫਲਾਈਟਾਂ ਕੈਂਸਲ ਕਰ ਦਿੱਤੀਆਂ, ਕੋਈ ਨਹੀਂ ਦਿੱਲੀੋਂ ਜਾਊਗੀ ਨਾ ਕਲਕੱਤੇ ਤੋਂ ਜਾਊਗੀ। ਸੋ ਦੇਖੋ ਅਸਲੀਅਤ ਹੋਰ ਹੈ, ਕੁਛ ਪੇਸ਼ ਕੁਝ ਹੋਰ ਕੀਤਾ ਜਾ ਰਿਹਾ। ਜਿਹੜੀ ਭਾਸਕਰ ਦੀ ਉਦਾਹਰਣ ਹਾਲੇ ਮੈਂ ਤਾਜ਼ੀ ਦੇ ਕੇ ਹਟਿਆ, ਪਈ 5 ਗੁਣਾ ਵੱਧ ਮੌਤਾਂ ਹੋ ਰਹੀਆਂ ਕੇਸ ਨੇ। ਸੂਬਿਆਂ ਤੇ ਕੇਂਦਰ ਸਰਕਾਰ ਦਬਾਅ ਪਾ ਰਹੀ ਆ ਵੀ ਅਸਲੀਅਤ ਨੂੰ ਛੁਪਾਇਆ ਜਾਵੇ, ਜਾਂ ਤਾਂ ਕੇਂਦਰ ਸਰਕਾਰ ਅੱਜ ਦੀ ਭਾਸਕਰ ਦੀ ਰਿਪੋਰਟ ਨੂੰ ਝੁਠਲਾਵੇ ਜਾਂ ਲੋਕਾਂ ਨੂੰ ਸੱਚ ਦੱਸੇ ਜੀ, ਜੇ ਆਪਾਂ ਬਹੁਤਾ ਨਾ ਵੀ ਕਰੀਏ। ਔਰ ਆਸਟ੍ਰੇਲੀਆ ਦੇ ਇੱਕ ਮਤਲਬ ਅਖਬਾਰ ਨੇ ਅੱਜ ਉਹ ਕਾਫੀ ਵਾਇਰਲ ਹੋ ਰਿਹਾ ਸੋਸ਼ਲ ਮੀਡੀਆ 'ਤੇ, ਸਾਡੇ ਪ੍ਰਧਾਨ ਮੰਤਰੀ ਬਾਰੇ ਬਹੁਤ ਚੰਗੀਆਂ ਟਿੱਪਣੀਆਂ ਕੀਤੀਆਂ ਵੀ ਇਹਨਾਂ ਦੀ ਅਗਵਾਈ ਦੇ ਵਿੱਚ ਦੇਸ਼ ਦਾ ਕਿਵੇਂ ਪੱਠਾ ਬੈਠਾ ਹੈਗਾ। ਨਹੀਂ, ਪਰ ਜਦੋਂ ਟਰੰਪ ਸਾਹਿਬ ਆਏ ਸੀ, ਨਹੀਂ ਤਾਂ ਐਡੀ ਲੰਬੀ ਕੰਧ ਬਣਾ ਕੇ ਗਰੀਬੀ ਲੁਕਾ ਲਈ ਸੀ, ਉਹ ਫੇਰ ਬਾਹਰ ਆ ਗਈ ਜੀ। ਉਹ ਤਾਂ ਤੁਸੀਂ ਦੇਖੋ ਪਈ, ਔਰ ਹੋਰ ਤੁਸੀਂ ਦੇਖੋ ਵੀ ਉਧਰ ਪਟੇਲ ਦਾ ਬੁੱਤ ਹੈ, ਉਹਦੇ ਸਾਹਮਣੇ ਇੱਕ ਔਰਤ ਨੱਕ ਨੂੰ ਸਿਲੰਡਰ ਲਾ ਕੇ ਬੈਠੀ ਆ, ਅੱਜ ਉਹ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਜੀ। ਸੋ ਦੇਸ਼ ਦਾ ਰੱਬ ਹੀ ਰਾਖਾ ਆ। ਮੈਨੂੰ ਲੱਗਦਾ ਤੇਜਪਾਲ ਜੀ ਵੀ ਇਹ ਜਿਹੜਾ ਵਿਕਾਸ ਦਾ ਕਾਰਪੋਰੇਟ ਮਾਡਲ ਆ ਨਾ, ਇਹ ਦੁਨੀਆ ਭਰ 'ਚ ਫੇਲ ਹੋ ਚੁੱਕਾ। ਗਰੀਬ ਹੋਰ ਗਰੀਬ ਹੋ ਰਹੇ ਨੇ, ਅਮੀਰ ਹੋਰ ਅਮੀਰ ਹੋ ਰਹੇ ਆ। ਪਿਛਲੇ ਦਿਨੀ ਗਿਆਨ ਸਿੰਘ ਹੋਰੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪ੍ਰੋਫੈਸਰ ਰਹੇ ਨੇ, ਤਾਂ ਦੇ ਮਾਹਰ ਆ, ਉਹਨਾਂ ਦਾ ਇੱਕ ਲੇਖ ਸੀ ਵੀ ਇਹ ਜਿਹੜਾ ਕਾਰਪੋਰੇਟ ਦਾ ਵਿਕਾਸ ਮਾਡਲ ਆ, ਇਹਦਾ ਜੂੜਾ ਲਾਵਾਂਗੇ ਤਾਂ ਸ਼ਾਇਦ ਕੋਈ ਚੰਗੇਰੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ, ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।